ਜ਼ਿੰਦਗੀ ਦੇ ਹਾਰਿਆਂ ਦਾ, ਜ਼ਿੰਦਗੀ ਦੇ ਹਾਰਿਆਂ ਦਾ ਸਹਾਰਾ ਬਣ ਜਾਈਦਾ। ਕਰਮਾਂ ਦੇ ਮਾਰਿਆਂ ਨੂੰ ਸੀਨੇ ਨਾਲ ਲਈਦਾ, ਕਰਮਾਂ ਦੇ ਮਾਰਿਆਂ ਨੂੰ ਸੀਨੇ ਨਾਲ ਲਈਦਾ। ਜਿੱਥੋਂ ਮਿਲੀ ਵਡਿਆਈਆਂ ਸ਼ੁਕਰਾਨਾ ਉਸ ਰੱਬ ਦਾ, ਤੈਨੂੰ ਮਿਲੀਆਂ ਸੁਗਾਤਾਂ ਤੂੰ ਵੀ ਪਹਿਲਾਂ ਮੰਗੀ ਸਭ ਦਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਧੀਰੂ ਵੀਰ ਦਾ ਜਨਮ ਦਿਨ ਆ ਤੇ ਧੀਰੂ ਵੀਰ ਸਾਡਾ 32 ਸਾਲ ਦਾ ਹੋ ਗਿਆ। 32 ਸਾਲ ਦਾ ਹੋ ਗਿਆ ਧੀਰੂ ਵੀਰ। ਕਦੋਂ ਦਾ ਜਨਮ ਹੈ ਤੇਰਾ? 89 ਦਾ। 189 ਦਾ ਜਨਮ ਦਿਨ, ਜਨਮ ਡੇਟ ਆ ਵੀਰ ਦੀ 198 ਮਹੀਨਾ 20 ਅਕਤੂਬਰ 20 ਅਕਤੂਬਰ। ਤੇ ਜਿੱਦਾਂ ਤੁਸੀਂ ਪਹਿਲਾਂ ਸਾਡੀ ਵੀਡੀਓ ਦੇ ਰਾਹੀਂ ਤਸਵੀਰਾਂ ਦੇ ਵਿੱਚ ਦੇਖਿਆ ਧੀਰੂ ਵੀਰ ਦੇ ਕੀ ਹਾਲਾਤ ਸੀਗੇ ਜਦੋਂ ਵੀਰ ਸਾਡੇ ਕੋਲੇ ਆਇਆ ਸੀਗਾ, ਤੇ ਅੱਜ ਦੇ ਹਾਲਾਤ ਤੇ ਉਸ ਟਾਈਮ ਦੇ ਜਿਹੜੇ ਹਾਲਾਤ ਆ ਉਹਨਾਂ ਤੋਂ ਆਪਾਂ ਇਹ ਭਲੀ ਭਾਂਤ ਅੰਦਾਜ਼ਾ ਲਾ ਸਕਦੇ ਆ ਵੀ ਵੀਰ ਦੇ ਨਾਲ ਕੀ ਬੀਤਿਆ ਉਸ ਟਾਈਮ। ਪਰ ਅੱਜ ਇੰਦਰਮੀਤ ਸਿੰਘ ਧੀਰੂ ਵੀਰ ਸਾਡੇ ਪਰਿਵਾਰ ਦਾ ਇੱਕ ਅਟੁੱਟ ਅੰਗ ਆ, ਇੱਕ ਸਾਡੇ ਪਰਿਵਾਰ ਦਾ ਉਹ ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਆ, ਸਾਡੇ ਪਰਿਵਾਰ ਦਾ ਬੜਾ ਜ਼ਰੂਰੀ ਹਿੱਸਾ ਵਾ। ਤੇ ਸੱਚੇ ਪਾਤਸ਼ਾਹ ਨੂੰ ਵੀਰ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਤਰੱਕੀ ਬਖਸ਼ਣ। ਅਸੀਂ ਸਾਰੇ ਅੱਜ ਰਲ ਮਿਲ ਕੇ ਧੀਰੂ ਵੀਰ ਦੇ ਜਨਮ ਦਿਨ ਤੇ ਖੁਸ਼ੀ ਦੇ ਵਿੱਚ ਖੀਰ ਦਾ ਲੰਗਰ ਤਿਆਰ ਕੀਤਾ ਤੇ ਖੀਰ ਦਾ ਹੀ ਅਸੀਂ ਜਿਹੜਾ ਕੇਕ ਆ ਉਹ ਕੱਟਿਆ ਵਾ। ਤੇ ਧੀਰੂ ਵੀਰ ਦਾ ਮੂੰਹ ਮਿੱਠਾ ਕਰਾਉਣਗੇ ਸਾਡੇ ਸਰਦਾਰ ਕਿਸ਼ਰ ਸਿੰਘ ਢਾਲੀਵਾਲ ਸਾਹਿਬ, ਲਓ ਜੀ, ਐਕਸ ਸਰਪੰਚ ਸਾਹਿਬ ਸਾਡੇ। ਬੋਲੇ ਸੋ ਨਿਹਾਲ। ਮੌਜੂਦਾ ਸਰਪੰਚ ਸਾਹਿਬ ਸਾਡੇ ਰਮੇਸ਼ ਚੰਦ ਸ਼ਰਮਾ ਬਾਊ ਜੀ। ਬੋਲੇ ਗੋਪਾਲ ਜੀ ਤੇ ਬਾਕੀ ਸਾਡੇ ਸਾਰੇ ਪਰਿਵਾਰ ਦੇ ਮੈਂਬਰ, ਅਸੀਂ ਸਾਰੇ ਨਾਲ ਮਿਲ ਕੇ ਅਰਦਾਸ ਕਰਦੇ ਹਾਂ ਸਾਡੇ ਛੋਟੇ ਭਰਾ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ, ਤਰੱਕੀ ਵਾਸਤੇ। ਵੀਰ ਨੇ ਬੜਾ ਦੁੱਖ, ਬੜੀਆਂ ਤਕਲੀਫਾਂ ਦਾ ਸਾਹਮਣਾ ਕੀਤਾ। ਸੜਕਾਂ ਦੇ ਉੱਤੇ, ਫੁੱਟਪਾਥ ਤੇ ਰਹਿਣਾ ਬੜਾ ਔਖਾ। ਬਾਕੀ ਸੰਗਤ ਨੇ ਦੁਆਵਾਂ ਤੇ ਅਰਦਾਸਾਂ ਦੇ ਕੇ ਸਾਡੇ ਪਰਿਵਾਰ ਨੂੰ ਅੱਜ ਇਸ ਕਾਬਲ ਕੀਤਾ ਵੀ ਅਸੀਂ ਇੱਕ ਦੂਸਰੇ ਦੇ ਨਾਲ ਖੜ ਸਕੀਏ। ਸਾਡੇ ਪਰਿਵਾਰ ਦੇ ਮੈਂਬਰ, ਸਾਡੇ ਇੰਦਰਮੀਤ ਸਿੰਘ ਧੀਰੂ ਵੀਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ। ਅਰਦਾਸ ਕਰਿਓ ਸਾਰੇ ਵੀਰ ਨੂੰ, ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਆ ਇਸ ਟਾਈਮ। ਵੀਰ ਨੂੰ ਜ਼ਿੰਦਗੀ ਦੇ ਵਿੱਚ ਤੁਹਾਡੀ ਸਪੋਰਟ ਦੀ ਲੋੜ ਆ। ਵਾਹਿਗੁਰੂ ਜੀ ਕਾ ਖਾਲਸਾ। ਬੋਲੋ ਸਤਿਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੋਲੋ ਸਤਿਨਾਮ ਸਤਿਨਾਮ ਸਤਿਨਾਮ। ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਪਰਿਵਾਰ ਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਸਰਦਾਰ ਇੰਦਰਮੀਤ ਸਿੰਘ ਧੀਰੂ ਵੀਰ ਦਾ ਜਨਮ ਦਿਨ ਆ। ਸੱਚੇ ਪਾਤਸ਼ਾਹ ਨੂੰ ਵੀਰ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਤਰੱਕੀ ਬਖਸ਼ਣ। 2016 ਦੇ ਵਿੱਚ ਜਦੋਂ ਅਸੀਂ
ਢਾਬੇ ਦੇ ਉੱਤੇ ਸੇਵਾ ਕਰਦੇ ਸੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੇਵਾ ਲਾਈ ਸੀ। ਉਸ ਟਾਈਮ ਇਹ ਵੀਰ ਸਾਨੂੰ ਸੜਕ ਦੇ ਉੱਤੇ ਤੁਰਿਆ ਜਾਂਦਾ ਮਿਲਿਆ। ਹਾਲਾਤ ਬਹੁਤ ਮਾੜੇ ਸੀ, ਜਿੱਦਾਂ ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋ। ਹਾਲਾਤ ਇੰਨੇ ਮਾੜੇ ਸੀ, ਵੀਰ ਨੂੰ ਅਸੀਂ ਫੜ ਕੇ ਢਾਬੇ ਤੇ ਲਿਆਂਦਾ, ਚਾਹ ਪਾਣੀ ਪਿਲਾਇਆ, ਬਿਠਾਇਆ, ਇਸ਼ਨਾਨ ਕਰਾਉਣ ਵਾਲੇ ਸੋਚਿਆ। ਸਾਲ 2 ਸਾਲਾਂ ਬਾਅਦ ਸ਼ਾਇਦ ਭਾਈ ਨੇ ਇਸ਼ਨਾਨ ਕੀਤਾ ਸੀ। ਪਿੰਡੇ ਦੇ ਉੱਪਰ ਇੰਨੀ ਮੈਲ, ਸੜਕ ਦੇ ਉੱਤੇ ਸੌਂਦਾ ਸੀ। ਦੱਸਦਾ ਸੀ ਵੀਰ ਵੀ ਫੁੱਟਪਾਥ ਤੇ ਚੱਲਦੀ ਸੀ ਪਿਛਲੇ 3-4 ਸਾਲਾਂ ਤੋਂ ਜ਼ਿੰਦਗੀ। ਪਹਿਲਾਂ ਆਟੋ ਚਲਾਉਂਦਾ ਸੀ। ਪਰਿਵਾਰ ਸ਼ਿਮਲਾਪੁਰੀ ਰਹਿੰਦਾ ਸੀ। ਇਹਦਾ ਡੈਡੀ ਨਹੀਂ, ਇਹਦੇ 2 ਭਰਾ ਵਾ। ਮਦਰ ਦੀ ਡੈਥ ਤੋਂ ਬਾਅਦ ਕਹਿੰਦੇ ਘਰ ਦੇ ਵਿੱਚ ਜੇ ਬੰਦਾ ਨਾ ਹੋਵੇ ਘਰ ਚਲਾ ਲੈਂਦੀ ਆ ਉਸ ਘਰ ਦੀ ਮਾਂ, ਪਰ ਜੇ ਘਰ ਦੇ ਵਿੱਚ ਮਾਂ ਨਾ ਹੋਵੇ ਬੰਦਿਆਂ ਤੋਂ ਘਰ ਨਹੀਂ ਚੱਲਦੇ। ਇਹ ਪ੍ਰਤੱਖ ਜਿਹੜਾ ਹੈਗਾ ਸੱਚ ਆ ਧੀਰੂ ਵੀਰ ਦੀ ਸਾਡੇ ਦੀ ਜ਼ਿੰਦਗੀ 'ਚ ਹੋਇਆ। ਧੀਰੂ ਵੀਰ ਦੀ ਮਾਤਾ ਜੀ ਦੀ ਮੌਤ ਤੋਂ ਬਾਅਦ ਪਰਿਵਾਰ ਵਿਖਰ ਗਿਆ। ਤਿੰਨੋਂ ਭਰਾ ਜਵਾਨ ਸੀਗੇ। ਧੀਰੂ ਵੀਰ ਡਿਪਰੈਸ਼ਨ ਚਲਿਆ ਗਿਆ। ਡਿਪਰੈਸ਼ਨ ਵਾਧਾ ਇੰਨਾ ਜ਼ਿਆਦਾ ਵੱਧ ਗਿਆ ਵੀ ਧੀਰੂ ਵੀਰ ਨੂੰ ਆਪਣੀ ਸੁੱਧ ਬੁੱਧ ਵੀ ਖਤਮ ਹੋ ਗਈ। ਆਪਣਾ ਨਾਮ ਵੀ ਨਹੀਂ ਸੀ ਪਤਾ, ਆਪਣਾ ਘਰ ਦਾ ਐਡਰੈਸ, ਆਪਣੇ ਬਾਰੇ ਕੁਝ ਵੀ ਨਹੀਂ ਸੀ ਜਾਣਕਾਰੀ। ਜਦੋਂ ਵੀਰ ਸਾਨੂੰ ਮਿਲਿਆ, ਇਸ਼ਨਾਨ ਪਾਣੀ ਕਰਾਇਆ, ਯਾਨੀ ਕਿ ਥੱਲੇ ਚੱਕ ਕੇ ਸੜਕਾਂ ਦੇ ਉੱਤੋਂ ਡੱਕੇ ਲੀਰਾਂ ਕੱਪੜੇ ਇਕੱਠੇ ਕਰੀ ਜਾਂਦਾ, ਉਹੀ ਚੱਕ ਕੇ ਚੀਜ਼ ਕੋਈ ਮੂੰਹ 'ਚ ਪਾ ਲੈਂਦਾ। ਬਹੁਤ ਯਾਨੀ ਕਿ ਕੇਸਾਂ ਦੇ ਵਿੱਚ ਇੰਨੀ ਮਿੱਟੀ ਭਰੀ ਹੋਈ, ਬਹੁਤ ਹਾਲਾਤ ਮਾੜੇ ਸੀ। ਗਰਮੀਆਂ ਦੇ ਵਿੱਚ ਸਰਦੀਆਂ ਵਾਲੇ ਮੋਟੇ ਕੱਪੜੇ ਪਾਏ ਹੋਏ, ਇਹਦੇ ਹਾਲਾਤ ਬਹੁਤ ਮਾੜੇ ਸੀ। ਪਰ ਜਿੱਦਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਫਿਰ ਵੀਰ ਦੀ ਦਿਮਾਗ ਦੀ ਦਵਾਈ ਚੱਲੀ, ਉਹਦੇ ਨਾਲ ਵੀ ਠੀਕ ਹੋਣਾ ਸ਼ੁਰੂ ਹੋ ਗਿਆ। ਥੋੜਾ ਠੀਕ ਹੁੰਦਾ ਗਿਆ। 2-3 ਵਾਰ ਸਾਡੇ ਕੋਲੋਂ ਚਲਿਆ ਵੀ ਗਿਆ ਭੱਜ ਕੇ। ਫਿਰ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪਤਾ ਲੱਗ ਜਾਂਦਾ ਸੀ ਵੀਰ ਦਾ, ਫਿਰ ਲੈ ਆਉਂਦੇ ਸੀ। ਕਰੀਬ ਸਾਲ 1.5 ਸਾਲ ਬਾਅਦ ਫਿਰ ਇਹ ਵੀਰ ਨੂੰ ਆਪਣੀ ਯਾਦਾਸ਼ਤ ਕਹਿ ਦਈਏ ਵਾਪਸ ਆਈ। ਫਿਰ ਇਹਨੇ ਆਪਣਾ ਨਾਮ ਪਤਾ ਦੱਸਿਆ ਵੀ ਮੇਰਾ ਨਾਮ ਇੰਦਰਮੀਤ ਸਿੰਘ ਅਨੇਜਾ, ਵੀ ਮੇਰਾ ਪਰਿਵਾਰ ਭਰਾ ਵਾ, ਮੇਰੇ ਫਾਦਰ ਸਾਹਿਬ ਨੇ ਲੁਧਿਆਣੇ ਸ਼ਿਮਲਾਪੁਰੀ ਰਹਿੰਦੇ ਨੇ। ਇਹਨੇ ਫਿਰ ਆਪਣੀ ਸਾਰੀ ਜਿਹੜੀ ਵਿਥਿਆ ਸੁਣਾਈ ਜੋ ਇਹਦੇ ਨਾਲ ਬੀਤਿਆ। ਫਿਰ ਅਸੀਂ ਧੀਰੂ ਨੂੰ ਇਹਦੇ ਘਰ ਲੈ ਕੇ ਗਏ, ਪਰ ਘਰ ਜਾ ਕੇ ਇਹਦੇ ਮਿਲੇ ਜਦੋਂ ਫਾਦਰ ਸਾਹਿਬ ਨੂੰ ਜਾਂ ਬ੍ਰਦਰ ਨੂੰ, ਉਹ ਕਹਿੰਦੇ ਵੀ ਅਸੀਂ ਇਹਨੂੰ ਰੱਖ ਨਹੀਂ ਸਕਦੇ, ਵੀ ਏਦਾਂ ਕਰਦਾ ਸੀ, ਓਦਾਂ ਕਰਦਾ ਸੀ, ਏਦਾਂ ਕਰਦਾ ਸੀ। ਜਦੋਂ ਇਹ ਡਿਪਰੈਸ਼ਨ ਦੇ ਵਿੱਚ ਸੀ, ਉਸ ਟਾਈਮ ਦੀਆਂ ਗਲਤੀਆਂ ਉਹ ਗਿਣਾਈ ਜਾ ਰਹੇ। ਚਲੋ ਵਾਹਿਗੁਰੂ ਜੀ ਦੀ ਕਿਰਪਾ ਹੋਈ, ਫਿਰ ਇੰਦਰਜੀਤ ਵੀਰ ਧੀਰੂ ਨੂੰ ਇਸ ਪਰਿਵਾਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ। ਇਹ ਵੀਰ 2016 ਤੋਂ ਲੈ ਕੇ 2019 ਤੱਕ ਇਹਨੇ ਵੀਰ ਨੇ ਬਹੁਤ ਵਧੀਆ ਸੇਵਾ ਨਿਭਾਈ। ਸਾਡੇ ਹਰ ਕਾਰਜ ਦੇ ਵਿੱਚ ਸਹਿਯੋਗ ਦੇਣਾ, ਬੰਦਿਆਂ ਨੂੰ ਇਸ਼ਨਾਨ ਕਰਾਉਣੇ। 1.5-2 ਸਾਲ ਤਾਂ ਇਸ ਬੰਦੇ ਨੇ ਪ੍ਰਸ਼ਾਦੇ ਦੀ ਸੇਵਾ ਨਿਭਾਈ। ਸਾਰੇ ਬੰਦਿਆਂ ਦਾ ਪ੍ਰਸ਼ਾਦਾ ਧੀਰੂ ਵੀ ਨਾਲ ਲਾ ਕੇ ਲਵਾਉਂਦਾ ਹੁੰਦਾ। ਫਿਰ 2020 ਦੇ ਵਿੱਚ ਜਾ ਕੇ ਇਹਨੇ ਵੀਰ ਨੇ ਇੱਛਾ ਜਤਾਈ ਵੀ ਮੈਂ ਹੁਣ ਆਪਣਾ ਵੀਰੇ ਕੋਈ ਕੰਮ ਕਰਨਾ ਚਾਹੁੰਦਾ, ਵੀ ਮੈਂ ਚਾਹੁੰਦਾ ਵੀ ਮੈਂ ਕੋਈ ਆਪਣੇ ਹੱਥੀਂ 4 ਪੈਸੇ ਕਮਾਵਾਂ ਤੇ ਜਿਹਦੇ ਨਾਲ ਮੈਂ ਆਪਣੇ ਪੈਰਾਂ ਸਿਰ ਖੜਾ ਹੋ ਸਕਾਂ। ਇਹਦੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ, ਉਹਨਾਂ ਨੇ ਫਿਰ ਵੀ ਸਪੋਰਟ ਕਰਨ ਤੋਂ ਕਰੀਬ ਮਨਾ ਹੀ ਕਰਤਾ। ਪਰ ਇਹਦੇ ਵੀਰ ਦੇ ਮਨ ਦੇ ਵਿੱਚ ਸੀ ਵੀ ਚਾਹੁੰਦਾ ਵੀ ਮੈਂ ਕੁਛ ਕਿਰਤ ਕਰਾਂ। ਅਸੀਂ ਵੀਰ ਨੂੰ ਕਿਹਾ ਵੀ ਤੂੰ ਇੱਥੇ ਸਾਡੇ ਕੋਲ ਕਿਰਤ ਕਰੀ ਚੱਲ, ਵੀ ਤੈਨੂੰ ਅਸੀਂ ਇੱਥੇ ਜਿੰਨਾ ਕੁ ਦੇ ਸਕਦੇ ਹਾਂ ਅਸੀਂ ਦੇ ਚੱਲਾਂਗੇ ਤੁਹਾਨੂੰ ਖਰਚਾ। ਕਹਿੰਦਾ ਨਹੀਂ ਬਾਈ, ਇੱਥੋਂ ਨਹੀਂ ਮੈਂ ਸੇਵਾ ਦੇ ਵਿੱਚੋਂ ਕੁਛ ਲੈਣਾ, ਵੀ ਮੈਂ ਕਿਰਤ ਕਿਤੇ ਬਾਹਰ ਜਾ ਕੇ ਕਰਾਂਗਾ। ਤਾਂ ਫਿਰ ਧੀਰੂ ਨੇ ਆਪ ਹੀ ਜਾ ਕੇ
ਸਰਵਾਈਵ ਕੀਤਾ। ਉਹ ਜੰਗਲੀ ਦੁਨੀਆ ਦੇ ਵਿੱਚ ਨੌਕਰੀ ਲੱਭੀ, ਇੱਕ ਦੁਕਾਨ ਦੇ ਉੱਤੇ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਕੰਮ ਕਰਨ ਲੱਗ ਗਿਆ। ਕਰਿਆਨੇ ਦੀ ਦੁਕਾਨ ਸੀ, ਉਹ ਲਿਫਾਫੇ ਵਗੈਰਾ ਬਣਾਉਂਦੇ ਸੀ, ਸਾਰਾ ਕੰਮ ਉਹਦੇ ਵਿੱਚ ਧੀਰੂਵੀਰ ਨੇ ਕੰਮ ਕਰਨਾ ਸ਼ੁਰੂ ਕੀਤਾ। ਕਿੰਨੀ ਤਨਖਾਹ ਹੁੰਦੀ ਸੀ? 10,000 ਰੁਪਏ ਮਹੀਨੇ ਦੀ ਤਨਖਾਹ ਸੀ ਛੋਟੇ ਭਰਾ ਦੀ। ਦਿਲ ਦਾ ਇੰਨਾ ਸਾਫ਼ ਆ ਬੰਦਾ। 10,000 ਰੁਪਏ ਮਹੀਨੇ ਦੀ ਤਨਖਾਹ ਸੀ। ਪਹਿਲੇ ਮਹੀਨੇ ਤਾਂ ਇਹ ਬੰਦਾ ਬਾਹਰ ਹੀ ਗੁਰੂ ਘਰ ਦੇ ਵਿੱਚ ਹੀ ਸੌਂਦਾ ਰਿਹਾ। ਫਿਰ ਜਦੋਂ ਪਹਿਲੀ ਤਨਖਾਹ ਮਿਲੀ, ਫਿਰ ਇਹਨੇ ਕਮਰਾ ਕਿਰਾਏ ਤੇ ਲੈ ਲਿਆ ਕਿਸੇ ਨਾਲ ਸਾਂਝਾ। 2 ਜਣੇ 3 ਜਣੇ ਕਮਰੇ 'ਚ ਰਹਿੰਦੇ ਸੀ ਤੇ ਗੁਰੂ ਘਰ ਦੇ ਨਾਲ ਇਹਦੀ ਸ਼ੁਰੂ ਤੋਂ ਦੁਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ, ਫੇਰੂ ਰਾਈ ਗੁਰਦੁਆਰਾ ਸਾਹਿਬ ਸਾਡੇ ਲੁਧਿਆਣੇ ਸ਼ਹਿਰ 'ਚ ਮੇਨ ਗੁਰਦੁਆਰਾ ਸਾਹਿਬ ਨੇ ਵੱਡੇ। ਉੱਥੇ ਪਹਿਲਾਂ ਵੀ ਇਹ 3-4 ਸਾਲ ਜਦੋਂ ਸੜਕ ਤੇ ਰਿਹਾ, ਗੁਰੂ ਘਰ ਦੇ ਬਾਹਰ ਹੀ ਰਿਹਾ ਸੜਕ ਦੇ ਉੱਤੇ। ਫਿਰ ਉੱਥੇ ਦੇ ਕੁਝ ਜਿਹੜੇ ਅੰਦਰ ਸੇਵਾਦਾਰ ਸੀ, ਉਹਨਾਂ ਨਾਲ ਇਹਦੀ ਜਾਣ ਪਛਾਣ ਸੀ। ਇੰਨਾ ਸਾਫ਼ ਮਨ ਦਾ ਇਹ ਰੱਬ ਰੂਪੀ ਵੀਰ ਆ ਸਾਡਾ। ਜਿਹੜੀ ਉਹਨੂੰ ਤਨਖਾਹ ਮਿਲਦੀ ਸੀ, ਉੱਥੇ ਇੱਕ ਸੇਵਾਦਾਰ ਸੀ ਬਜ਼ੁਰਗ, ਉਹਨੂੰ ਫੜਾ ਦਿੰਦਾ ਸੀ ਇਹ ਪੈਸੇ ਵੀ ਬਾਪੂ ਤੁਸੀਂ ਆਪਣੇ ਕੋਲੇ ਰੱਖੀ ਚੱਲੋ, ਵੀ ਜਦੋਂ 50,000 ਰੁਪਏ ਇਕੱਠਾ ਹੋ ਗਿਆ ਤਾਂ ਫਿਰ ਮੈਂ ਆਪਣੇ ਆਟੋ ਲੈਣਾ ਇੱਕ, ਤੇ ਉਦੋਂ ਮੈਨੂੰ ਦੇ ਦਿਓ। ਉਸੇ ਦੌਰਾਨ ਇਹਨੇ 35,000 ਰੁਪਏ ਦੇ ਕਰੀਬ ਉਹਨੂੰ ਪੈਸੇ ਦਿੱਤੇ ਹੋਏ ਸੀ। ਲਾਕਡਾਊਨ ਹੋ ਗਿਆ, ਬਿਮਾਰੀ ਫੈਲ ਗਈ ਪੂਰੇ ਚਾਰੇ ਪਾਸੇ, ਕੋਵਿਡ-19 ਦਾ ਦੌਰ ਚੱਲ ਪਿਆ, ਮਾਰਕੀਟਾਂ ਕਰਫਿਊ ਲੱਗ ਗਿਆ, ਬੰਦ ਹੋ ਗਿਆ ਸਾਰਾ ਕੁਝ। ਇਹਦੀ ਵੀ ਜਿਹੜੀ ਜੌਬ ਸੀ ਚਲੇ ਗਈ। ਤਾਂ ਸਾਡੇ ਨਾਲ ਇਹ ਵੀਰ ਦਾ ਦਿਲੋਂ ਜੁੜਾਵ ਸੀ। ਸਾਨੂੰ ਫਿਕਰ ਸੀਗਾ ਵੀ ਲਾਕਡਾਊਨ ਦੇ ਵਿੱਚ ਵੀ ਧੀਰੂ ਕਿੱਥੇ ਹੋਊਗਾ। ਤਾਂ ਅਸੀਂ ਆਪਣੇ ਟੀਮ ਦੇ ਮੈਂਬਰ ਭੇਜੇ, ਵਲੰਟੀਅਰ, ਉੱਥੋਂ ਇਹਨੂੰ ਕਮਰੇ ਦੇ ਵਿੱਚੋਂ ਲੈ ਆਏ ਜਾ ਕੇ, ਵੀ ਕਿਤੇ ਬਾਹਰ ਫਿਰਦੇ ਨੂੰ, ਬੈਠੇ ਨੂੰ, ਕਿਤੇ ਇਕੱਲੇ ਨੂੰ ਕੀ, ਕਿਉਂਕਿ ਉਸ ਟਾਈਮ ਤਾਂ ਮਾਹੌਲ ਹੀ ਏਦਾਂ ਦਾ ਸੀ, ਤੁਸੀਂ ਦੇਖਿਆ ਸਾਰਿਆਂ ਨੇ। ਚਲੋ ਇਹ ਵੀਰ ਸਾਡੇ ਕੋਲੇ ਆ ਗਿਆ ਅਪ੍ਰੈਲ ਦੇ ਵਿੱਚ, ਇੱਥੇ ਆ ਗਿਆ, ਇੱਥੇ ਰਹਿ ਰਿਹਾ ਸੀ। ਹੁਣ ਦੁਬਾਰਾ ਫਿਰ ਲਾਕਡਾਊਨ ਖੁੱਲਣ ਜਾ ਰਿਹਾ। ਇਹਦੇ ਦਿਲ ਦੇ ਵਿੱਚ ਇੱਕੋ ਹੀ ਤਮੰਨਾ ਵੀ ਮੈਂ ਜਾ ਕੇ ਦੁਬਾਰਾ ਉਹ ਨੌਕਰੀ ਕਰਾਂ। ਜਿਹੜੇ ਵੀਰ ਨੂੰ ਇਹਨੇ ਪੈਸੇ ਫੜਾਏ ਹੋਏ ਸੀਗੇ, ਜਦੋਂ ਇਹਨੇ ਜਾ ਕੇ ਉਸ ਵੀਰ ਤੋਂ ਪੈਸੇ ਮੰਗੇ, ਉਹ ਕਹਿੰਦਾ ਜੀ ਮੈਂ ਤਾਂ ਖਰਚ ਤੇ ਮੇਰੇ ਕੋਲ ਤਾਂ ਹੈ ਨਹੀਂ। 5,000 ਰੁਪਏ ਉਹਨੇ ਦਿੱਤਾ। ਉਸ ਤੋਂ ਬਾਅਦ ਮਹੀਨੇ ਦੀ ਉਹਨੇ ਗੱਲ ਕਰ ਲਈ ਕਿ ਹਰ ਮਹੀਨੇ ਦੇ ਦਿਆ ਕਰੂੰਗਾ। ਇਹ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਵੀ ਇੱਕ ਬੰਦਾ ਦੁਬਾਰਾ ਉੱਠ ਕੇ ਖੜਾ ਹੁੰਦਾ ਤੇ ਫਿਰ ਉਹਨੂੰ ਲੋਕ ਕਿਸ ਤਰੀਕੇ ਨਾਲ ਟ੍ਰੀਟ ਕਰਦੇ, ਉਹਨੂੰ ਫਿਰ ਸਿੱਟਣ ਦੇ ਯਤਨ ਹੁੰਦੇ ਆ ਜਿਹੜੇ। ਤਾਂ ਉਹ ਵੀਰ ਨੇ ਪਹਿਲੇ ਮਹੀਨੇ 5,000 ਰੁਪਏ ਦੇਤਾ, ਦੂਸਰੇ ਮਹੀਨੇ ਕਿਹਾ ਵੀ ਹਰ ਮਹੀਨੇ 5,000 ਰੁਪਏ ਦੇ ਦਿਆ ਕਰੂੰ। ਦੂਸਰੇ ਮਹੀਨੇ ਫਿਰ ਆਪਣੇ ਵਲੰਟੀਅਰ ਗਏ, ਧੀਰ ਨੂੰ ਵੀ ਲੈ ਕੇ ਨਾਲ, ਉਹ ਉੱਥੋਂ ਗਾਇਬ ਹੋ ਗਿਆ, ਲੱਭਿਆ ਨਹੀਂ, ਪਤਾ ਨਹੀਂ ਕਿੱਥੇ ਚਲਾ ਗਿਆ ਬੰਦਾ। ਹੁਣ ਤੁਸੀਂ ਸੋਚ ਕੇ ਦੇਖੋ ਵੀ ਇੱਕ ਗੁਰੂ ਘਰ ਦੇ ਵਿੱਚ ਬੰਦਾ ਰਹਿੰਦਾ, ਉਹਦੇ ਤੇ ਧੀਰੂ ਵੀਰ ਨੇ ਵਿਸ਼ਵਾਸ ਕਰਕੇ ਉਹਨੂੰ ਪੈਸੇ ਫੜਾਤੇ ਵੀ ਮੇਰੀ ਜੇਬ ਚੋਂ ਕੋਈ ਕੱਢ ਲੂ ਜਾਂ ਚੋਰੀ ਨਾ ਹੋ ਜਾਣ, ਕਿਉਂਕਿ ਇਹਦਾ ਆਇਡੈਂਟੀ ਪ੍ਰੂਫ ਹੈ ਜਿਹੜਾ ਇਹਦਾ ਆਧਾਰ ਕਾਰਡ, ਵੋਟਰ ਕਾਰਡ, ਕੁਛ ਵੀ ਇਹਦੇ ਫਾਦਰ ਸਾਹਿਬ ਨੇ ਦਿੱਤਾ ਨਹੀਂ ਸੀ। ਕਿਹਾ ਵੀ ਸੀ ਇਹ ਲੈਣ ਵੀ ਗਿਆ ਸੀਗਾ, ਉਹ ਕਹਿੰਦਾ ਮੇਰੇ ਕੋਲ ਹੈ ਨਹੀਂ, ਤੇ ਅਕਾਊਂਟ ਨਹੀਂ ਖੁੱਲ ਸਕਦਾ ਸੀ ਇਹਦਾ। ਤਾਂ ਉਹ ਬੰਦੇ ਨੇ ਇਹਦੀ ਦਸਾਂ ਨੌਹਾਂ ਦੀ ਕਿਰਤ ਕਿੱਦਾਂ ਹਜਮ ਕਰਨੀ ਹੈ, ਕਿੱਦਾਂ ਉਹਦਾ ਜਿਗਰਾ ਹੋ ਕਿੱਡਾ, ਜਿਹੜਾ ਇਸ ਬੰਦੇ ਦੇ ਵੀ ਪੈਸੇ ਲੈ ਕੇ ਉਹ ਮੁੱਕਰ ਗਿਆ ਜਾਂ ਭੱਜ ਗਿਆ। ਇਹਨੇ ਦੱਸਿਆ ਸੀ ਵੀਰੇ ਮੇਰੇ ਕੋਲ 33,000 ਰੁਪਇਆ, ਬਾਕੀ ਮੈਂ ਹੋਰ 2 ਮਹੀਨੇ ਲਾ ਕੇ ਮੈਂ ਆਟੋ ਲੈਣਾ, ਮੈਂ ਤੁਸੀਂ ਆਟੋ ਲੈ ਦਿਓ। ਮੈਂ ਪਹਿਲੀਆਂ ਜਿਹੜੀ ਪੈਸਾ 50,000 ਰੁਪਏ ਜਮ੍ਹਾਂ ਕਰਾਈ ਤਾਂ ਜਮ੍ਹਾਂ ਕਰਾ ਕੇ ਬਾਕੀ ਮੈਂ ਕਿਸ਼ਤਾਂ ਮੋੜੀਆਂ। ਐਡਾ ਦਿਲ ਦਾ ਸਾਫ਼ ਬੰਦਾ। ਮੈਂ ਕਿਹਾ ਵੀ ਆਟੋ ਆਪਣੇ ਕੋਲੇ ਖੜਾ ਤੂੰ ਇਹ ਲੈ ਜਾ। ਕਹਿੰਦਾ ਨਹੀਂ ਭਾਈ ਇਹ ਨਹੀਂ ਲੈਣਾ, ਇਹ ਕਿਸੇ ਹੋਰ ਨੂੰ ਦੇ ਦਿਓ, ਮੈਂ ਆਪਦੀ ਮਿਹਨਤ ਦਾ ਲੈਣਾ। ਫਿਰ ਅਸੀਂ ਕਿਹਾ ਵੀ ਆਪਾਂ ਸੰਗਤ ਨੂੰ ਬੇਨਤੀ ਕਰ ਦਿੰਦੇ, ਤੈਨੂੰ ਆਟੋ ਲੈ ਦਿੰਦੇ ਆ, ਤੈਨੂੰ ਕਿਸ਼ਤਾਂ ਦੇ ਚੱਕਰ 'ਚ ਪੈਣ ਨਹੀਂ ਦਿੰਦੇ, ਵੀ ਲੋੜ ਹੀ ਨਹੀਂ ਤੈਨੂੰ ਕਿਸ਼ਤਾਂ ਦੇਣ ਦੀ। ਕਹਿੰਦਾ ਨਹੀਂ, ਵੀ ਮੈਂ ਜੇ ਲੈਣਾ ਤਾਂ ਆਪਣੇ ਮਿਹਨਤ ਦੀ ਕਮਾਈ ਦਾ ਲੈਣਾ। ਨਹੀਂ ਕਿ ਕਿੱਡੀ ਇਸ ਵੀਰ ਦੀ ਦਲੀਲ ਆ, ਕਿੱਡੀ ਉਹ ਮਾਂ ਦੀ ਸਿੱਖਿਆ ਤਕੜੀ ਆ ਜਿਹੜੀ ਇਹਨੂੰ ਇਹ ਸਾਰੀਆਂ ਚੀਜ਼ਾਂ ਵਿਰਾਸਤ ਦੇ ਵਿੱਚ ਦੇ ਕੇ ਗਈ ਆ। ਜੋ
ਸਾਡੀ ਮਾਂ ਇਸ ਦੁਨੀਆ ਤੇ ਨਹੀਂ, ਉਹਦੇ ਜਾਣ ਤੋਂ ਬਾਅਦ ਹੀ ਧੀਰੂ ਵੀਰ ਦਾ ਜਿਹੜਾ ਹਾਲਾਤ ਆ ਉਹ ਬਦਲ ਗਏ, ਇਹਨੇ ਨਰਕ ਭੋਗਿਆ। ਪਰ ਸ਼ੁਰੂ ਤੋਂ ਹੀ ਇਹ ਵੀਰ ਸੜਕਾਂ ਤੇ ਰਹਿੰਦਾ ਸੀ, ਕੇਸਾਂ ਦੇ ਵਿੱਚ ਇਹਦੇ ਏਡੇ ਗੰਦ ਭਰਿਆ ਹੋਇਆ ਸੀ, ਸਿਰ ਤੇ ਇੱਕ ਦਸਤਾਰ ਬੰਨੀ ਹੋਈ ਸੀ, ਬੜੀ ਗੰਦੀ ਜੀ ਕੱਪੜੇ ਗੰਦੇ, ਪਾਟੀ ਹੋਈ ਜਮਾ। ਅਸੀਂ ਇਹਨੂੰ ਪੁੱਛਿਆ ਤੂੰ ਸੜਕਾਂ ਤੇ ਰਹਿੰਦਾ ਸੀਗਾ ਵੀ ਤੂੰ ਕੇਸ ਕਾਹਨੂੰ ਕਟਾਤੇ, ਲੋਕ ਤਾਂ ਹਾਲਾਤ ਇੰਨੇ ਮਾੜੇ ਹੋਏ ਕਟਾ ਦਿੰਦੇ ਆ। ਕਹਿੰਦਾ ਨਹੀਂ ਬਾਈ, ਕਹਿੰਦਾ ਇਹ ਮੇਰੀ ਮਾਂ ਦੀ ਦਸਤਾਰ ਦਿੱਤੀ ਹੋਈ ਹੈ, ਕਹਿੰਦਾ ਮੈਂ ਆਪਣੇ ਬਾਪੂ ਦੀ ਪੱਗ ਨੂੰ ਦਾਗ ਨਹੀਂ ਲਾਉਣਾ। ਜਾਣੀ ਕਿ ਏਦਾਂ ਦੀ ਸੋਚ ਵਾਲਾ ਇਨਸਾਨ ਸੀ। ਪਰ ਏਦਾਂ ਦੇ ਸਾਫ਼ ਮਨ ਦੇ ਲੋਕ ਆ ਜਿਹੜੇ, ਉਹ ਅੱਜ ਦੀ ਇਸ ਦੁਨੀਆ ਦੇ ਵਿੱਚ ਉਹਨਾਂ ਦੀ ਕੋਈ ਵੈਲਿਊ ਨਹੀਂ, ਕੋਈ ਨਹੀਂ ਉਹਨਾਂ ਨੂੰ ਪੁੱਛਦਾ, ਕੋਈ ਨਹੀਂ ਉਹਨਾਂ ਦੇ ਏਦਾਂ ਦੇ ਸੰਸਕਾਰਾਂ ਦੀ ਵੈਲਿਊ ਰੱਖਦਾ, ਤੇ ਨਾ ਹੀ ਕੋਈ ਏਦਾਂ ਦੇ ਲੋਕਾਂ ਦੀ ਕੋਈ ਜਗ੍ਹਾ ਅੱਜ ਦੇ ਸਮਾਜ ਵਿੱਚ। ਪਰ ਬੜੀ ਸਾਡੇ ਲਈ ਮਾਣ ਦੀ ਗੱਲ ਆ ਕਿ ਸਾਡਾ ਭਰਾ ਸਾਡੇ ਨਾਲ ਜੁੜਿਆ ਹੋਇਆ ਸੀ, ਇਹਦੇ ਨਾਲ ਸਾਨੂੰ ਇਹਦੇ ਨਾਲ ਖੜਨ ਦਾ ਮੌਕਾ ਮਿਲਿਆ। ਸੱਚੇ ਪਾਤਸ਼ਾਹ ਨੇ ਇਸ ਵੀਰ ਦੇ ਨਾਲ ਸੇਵਾ ਕਰਨ ਦਾ ਮੌਕਾ ਬਖਸ਼ਿਆ ਸਾਨੂੰ ਇਸ ਗੱਲ ਦਾ ਬੜਾ ਮਾਣ। ਇਹ ਧੀਰੂ ਵੀਰ ਦੀ ਜ਼ਿੰਦਗੀ ਨਹੀਂ ਇਕੱਲੇ ਦੀ, ਇੱਥੇ ਬੈਠੇ ਬਹੁਤ ਏਦਾਂ ਦੇ ਸਾਡੇ ਭਰਾ ਜਿਨ੍ਹਾਂ ਨੇ ਜ਼ਿੰਦਗੀਆਂ ਇਸੇ ਤਰੀਕੇ ਆਪਣਿਆਂ ਵੱਲੋਂ ਖਤਮ ਕਰ ਦਿੱਤੀਆਂ। ਛੋਟੇ ਛੋਟੇ ਲਾਲਚਾਂ ਨੇ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਤੇ ਹੁਣ ਉਹਨਾਂ ਨੂੰ ਦੁਬਾਰਾ ਉੱਠਣ ਦੇ ਲਈ, ਖੜੇ ਹੋਣ ਦੇ ਲਈ ਜਿਹੜੇ ਸਹਾਰੇ ਦੀ ਲੋੜ ਆ, ਉਹ ਆਪਣੇ ਜਿਹੜੇ ਇਹਨਾਂ ਦੇ ਆਪਣੇ ਖੂਨ ਦੇ ਰਿਸ਼ਤੇ ਆ ਉਹ ਵੀ ਦੇਣ ਨੂੰ ਤਿਆਰ। ਪਰ ਸਾਡੇ ਨਾਲ ਜਿਹੜਾ ਰਿਸ਼ਤਾ ਇੱਕ ਖੂਨ ਦੇ ਰਿਸ਼ਤੇ ਤੋਂ ਵੀ ਉੱਪਰ ਦਾ ਰਿਸ਼ਤਾ, ਇੱਕ ਇਨਸਾਨੀਅਤ ਦਾ ਰਿਸ਼ਤਾ, ਇੱਕ ਵਾਹਿਗੁਰੂ ਦਾ ਬਣਾਇਆ ਹੋਇਆ ਸਾਡੇ ਨਾਲ ਇੱਕ ਰਿਸ਼ਤਾ। ਇੰਦਰਮੀਤ ਵੀਰ ਸਾਡਾ, ਧੀਰੂ ਵੀਰ, ਹਮੇਸ਼ਾ ਅਸੀਂ ਅਰਦਾਸ ਕਰਦੇ ਹਾਂ ਵੀ ਇਸੇ ਤਰੀਕੇ ਨਾਲ ਹੀ ਸੱਚਾਈ ਦੇ ਨਾਲ, ਜਜ਼ਬੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਰਹੇ। ਸਾਡੀ ਕੋਸ਼ਿਸ਼ ਆ ਉਸ ਵੀਰ ਦੇ ਰਾਹੀਂ ਜਿਹਦੇ ਨਾਲ ਗੱਲ ਚੱਲਦੀ ਰਹਿੰਦੀ, ਜਿੱਥੋਂ ਉਹਦੇ ਪੈਸੇ ਲੈਣੇ ਆ, ਵੀ ਉਹ ਇਹਦੀ ਮਿਹਨਤ ਦੀ ਕਮਾਈ ਨੂੰ ਵਾਪਸ ਦੇਵੇ, ਤੇ ਇਹ ਦੁਬਾਰਾ ਕੰਮ ਤੇ ਲੱਗ ਕੇ ਕੁਝ ਪੈਸੇ ਇਕੱਠੇ ਕਰਕੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਸਟਾਰਟ ਕਰ ਸਕੇ। ਇਹਦਾ ਇੱਕ ਸਫ਼ਰ ਸੀ। 3 ਦਿਨ ਇਸ ਗੁਰੂ ਘਰ ਦੇ ਵਿੱਚ ਰਿਹਾ, 3 ਦਿਨ ਉਸ ਤੋਂ ਅਗਲੇ ਚ, 3 ਦਿਨ ਉਸ ਤੋਂ ਅਗਲੇ ਚ। ਮੰਨ ਲਓ ਅੱਜ ਇਹ ਗੁਰਦੁਆਰਾ ਸਾਹਿਬ ਗਿਆ, ਉੱਥੇ ਪ੍ਰਸ਼ਾਦਾ ਛਕਿਆ 2 ਦਿਨ, 3 ਦਿਨ ਫਿਰ ਉਹਨਾਂ ਹੀ ਗੁਰਦੁਆਰਾ ਸਾਹਿਬ ਚ ਗਿਆ, 2 ਦਿਨ ਉੱਥੇ ਛਕਿਆ। ਉਸ ਤੋਂ ਬਾਅਦ ਕਟਾਣਾ ਸਾਹਿਬ ਚਲਿਆ ਗਿਆ ਵੀਰ, ਉੱਥੋਂ 50 ਕਿਲੋਮੀਟਰ ਦੂਰ ਪੈਦਲ ਯਾਤਰਾ ਤੁਰਦਾ ਉੱਥੇ ਪਹੁੰਚ ਗਿਆ, ਉੱਥੇ ਜਾ ਕੇ ਪ੍ਰਸ਼ਾਦਾ ਛਕਿਆ। ਉੱਥੋਂ ਰਾੜਾ ਸਾਹਿਬ ਚਲਿਆ ਗਿਆ, ਰਾੜਾ ਸਾਹਿਬ ਜਾ ਕੇ ਪ੍ਰਸ਼ਾਦਾ ਛਕਿਆ, 2-3 ਦਿਨ ਉੱਥੇ ਰਿਹਾ। ਏਦਾਂ ਜ਼ਿੰਦਗੀ ਚੱਲਦੀ ਸੀ। ਰਾਤ ਨੂੰ ਬਾਹਰ ਸੜਕ ਤੇ ਸੌ ਜਾਣਾ, ਸਵੇਰੇ ਉੱਠ ਕੇ ਅੰਦਰ ਪ੍ਰਸ਼ਾਦਾ ਛਕਣਾ। ਕੰਮ ਕਰਨ ਨੂੰ ਵੀ ਇਹਨੂੰ ਦਿੱਤਾ ਨਹੀਂ ਸੀ ਜਾਂਦਾ। ਜੇ ਕਹਿੰਦਾ ਸੀ ਮੈਂ ਸੇਵਾ ਕਰਨੀ ਹੈ ਨਾ, ਉਹ ਵੀ ਨਹੀਂ ਸੀ ਦਿੱਤੀ ਜਾਂਦੀ। ਕਹਿੰਦੇ ਸੀ ਤੂੰ ਬਾਹਰ ਜਾ ਕੇ ਖਾਣਾ। ਉੱਥੇ ਗੁਰੂ ਘਰਾਂ ਦੇ ਵਿੱਚ ਇੰਨਾ ਵਸਤਰ ਇੰਨੇ ਜ਼ਿਆਦਾ ਪਏ ਹੁੰਦੇ ਨੇ, ਦਸਤਾਰਾਂ ਇੰਨੇ ਸਰੋਪੇ, ਇੰਨਾ ਕੁਛ ਹੁੰਦਾ ਉੱਥੇ। ਤੇ ਜੇ ਗੁਰੂ ਦਾ ਸਿੱਖ, ਇੱਕ ਨੌਜਵਾਨ ਬੱਚਾ ਗੁਰੂ ਘਰ ਦੇ ਬਾਹਰ ਸੜਕ ਤੇ ਫੁੱਟਪਾਥ ਤੇ ਪਿਆ, ਪਹਿਲਾਂ ਤਾਂ ਉਹ ਲੋਕ ਜਿਹੜੇ ਉੱਥੇ ਨਮਸਤਕ ਹੋਣ ਜਾਂਦੇ ਨੇ ਲੱਖਾਂ ਦੀ ਤਾਦਾਦ 'ਚ, ਉਹਨਾਂ ਦੀ ਕਿਸੇ ਦੀ ਵੀ ਏਦਾਂ ਦੇ ਇਨਸਾਨਾਂ ਤੇ ਨਿਗਾਹ ਨਹੀਂ ਜਾਂਦੀ। ਫਿਰ ਦੂਸਰਾ, ਜਿਹੜੇ ਉਸ ਗੁਰੂ ਘਰ ਦੇ ਪ੍ਰਬੰਧਕ ਆ, ਜਿਹੜੇ ਨੂੰ ਕੱਢ ਦਿੰਦੇ ਸੀ ਫੜ ਕੇ ਬਾਹਰ, ਵੀ ਅੱਜ ਤੋਂ ਬਾਅਦ ਇਸ ਨਾਲ ਬੜੀ ਭਾਜਾ, ਉਹ ਕਿੰਨੀ ਮਾੜੀ ਸੋਚ ਦੇ ਮਾਲਕ ਸੀ। ਮਤਲਬ ਸੋਚ ਉਹਨਾਂ ਦੀ ਮਾੜੀ ਸੀ ਜਾਂ ਇਹਦੀ? ਮੈਂਟਲੀ ਅਪਸੈਟ ਉਹ ਸੀ ਜਾਂ ਇਹ ਸੀ? ਕਿਸਮਤ ਮਾੜੀ ਇਹਦੀ ਸੀ ਜਾਂ ਉਹਨਾਂ ਦੀ ਸੀ? ਵੀ ਜਿਹੜੇ ਗੁਰੂ ਘਰ ਦੇ ਵਿੱਚ ਹੋ ਕੇ, ਸਾਰਾ ਭੰਡਾਰ ਦੇ ਵਿੱਚ ਹੋ ਕੇ, ਕਿਸੇ ਨੂੰ ਵਸਤਰ ਤੱਕ ਨਹੀਂ ਦੇ ਸਕੇ, ਕਿਸੇ ਦੀ ਦਸਤਾਰ ਤੱਕ ਨਹੀਂ ਦੇ ਸਕੇ ਕਿਸੇ ਨੂੰ। ਉਹ ਵੀ ਗੁਰੂ ਦਾ ਸਿੱਖ ਨੌਜਵਾਨ ਪੰਜਾਬ ਦਾ ਕਿੱਸਾਧਾਰੀ, ਜਿਹਨੂੰ ਉਸ ਟਾਈਮ ਲੋੜ ਸੀ ਸਹਾਰੇ ਦੀ। ਜੇ ਗੁਰੂ ਘਰ ਦੇ ਵਿੱਚ ਸਹਾਰਾ ਨਹੀਂ ਮਿਲੂ ਤਾਂ ਫਿਰ ਹੋਰ ਕਿੱਥੇ ਮਿਲੂ? ਵੀਰ ਸਾਨੂੰ ਦੱਸਦਾ ਹੁੰਦਾ ਸੀ, ਰੋ ਕੇ ਬੜੀ ਵਾਰ ਇਹਨੇ ਦੱਸਿਆ ਬਾਈ, ਵੀ ਕੁੱਟ ਕੇ ਕੱਢ ਦਿੰਦੇ ਸੀ ਗੁਰਦੁਆਰਾ ਸਾਹਿਬ ਵਾਲੇ। ਯਾਨੀ ਕਿ ਪ੍ਰਬੰਧਕਾਂ ਦੀ ਸੋਚ ਮਾੜੀ ਆ।
ਗੁਰੂ ਘਰ ਨਹੀਂ ਮਾੜੇ, ਗੁਰੂ ਘਰਾਂ ਦੀ ਸੋਚ ਨਹੀਂ ਮਾੜੀ। ਜਦੋਂ ਗੁਰੂ ਸਾਹਿਬ ਨੇ ਗੁਰੂ ਘਰ ਬਣਾਏ ਸੀ, ਜਦੋਂ ਉਹਨਾਂ ਨੇ ਸਾਰੀਆਂ ਕਰਵਾਈਆਂ ਸੀ ਗੁਰੂ ਘਰਾਂ ਦੀਆਂ, ਉਹਨਾਂ ਦੀ ਸੋਚ ਕੀ ਸੀ? ਨਿਸ਼ਾਨ ਸਾਹਿਬ ਲਾ ਕੇ ਉਹਨਾਂ ਦੀ ਸੋਚ ਕੀ ਸੀ ਵੀ ਤਾਂ ਦੂਰੋਂ ਦੇਖ ਕੇ ਰਾਹਗੀਰ ਨਿਸ਼ਾਨ ਸਾਹਿਬ ਵੱਲ ਨੂੰ ਆ ਸਕੇ, ਉੱਥੇ ਆਏ ਨੂੰ ਪ੍ਰਸ਼ਾਦਾ ਮਿਲੇ, ਉੱਥੇ ਆਏ ਨੂੰ ਆਰਾਮ ਕਰ ਮਿਲੇ, ਉੱਥੇ ਆ ਕੇ ਸਿਮਰਨ ਕਰ ਸਕੇ, ਉੱਥੇ ਆ ਕੇ ਸੇਵਾ ਕਰ ਸਕੇ। ਪਰ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ 10 ਵਜੇ ਨੂੰ ਤਾਲੇ ਲੱਗ ਜਾਂਦੇ ਨੇ। ਵੱਡੇ ਗੁਰੂ ਘਰ ਜਿਹੜੇ 24 ਘੰਟੇ ਖੁੱਲੇ ਰਹਿੰਦੇ ਨੇ, ਉੱਥੇ ਤਾਲਿਆਂ ਦੇ ਰੂਪ ਵਿੱਚ ਬਾਦਸ਼ਾਹ ਨੇ ਖੜੇ ਨੇ ਸਿੰਘ, ਉਹ ਦੇਖਦੇ ਰਹਿੰਦੇ ਨੇ ਵੀ ਇੱਥੇ ਕਿਹੜਾ ਵਿਹਲੜ ਆਉਂਦਾ, ਕਿਹੜਾ ਚਿੱਟੇ ਕੁੜਤੇ ਪਜਾਮੇ ਚ ਆਉਂਦਾ, ਕਿਹੜਾ ਗੰਦੇ ਕੱਪੜਿਆਂ ਚ ਆਉਂਦਾ। ਚਿੱਟੇ ਕੁੜਤੇ ਪਜਾਮੇ ਵਾਲਾ ਚਾਹੇ ਹਰ ਰੋਜ਼ ਕਈ ਮਹੀਨੇ ਆ ਕੇ ਪ੍ਰਸ਼ਾਦਾ ਛਕੀ ਜਾਵੇ, ਉਹਨੂੰ ਸਰਦਾਰ ਜੀ ਕਹਿ ਕੇ ਪ੍ਰਸ਼ਾਦਾ ਛਕਾਉਂਦੇ ਸੀ। ਤੇ ਜੇ ਕੋਈ ਏਦਾਂ ਦਾ ਇਨਸਾਨ ਏਦਾਂ ਦੇ ਹਾਲਾਤਾਂ ਦੇ ਵਿੱਚ, ਜਿਹੜੇ ਹਾਲਾਤ ਬਣੇ ਹੋਏ ਸੀ ਉਸ ਟਾਈਮ ਵੀਰ ਦੇ, ਚਲੇ ਜਾਵੇ ਤਾਂ ਉਹਨੂੰ ਕਹਿ ਦਿੰਦੇ ਆ ਵੀ ਤੁਹਾਨੂੰ ਅੱਜ ਤੋਂ ਬਾਅਦ ਇੱਥੇ ਨਹੀਂ ਦਿਖਣਾ ਚਾਹੀਦਾ। ਦੇਖੋ, ਜੇ ਝਾੜੂ ਚੱਕ ਕੇ ਝਾੜੂ ਲਾਉਣ ਦੀ ਵੀ ਕੋਸ਼ਿਸ਼ ਕਰਦਾ ਸੀ, ਉਹ ਵੀ ਫੜ ਲਿਆ ਜਾਂਦਾ ਸੀ। ਉਸ ਤੋਂ ਬਾਅਦ ਚੱਲ ਤੂੰ ਇਹ ਨਹੀਂ ਕਰ ਸਕਦਾ। ਜੇ ਬਰਤਨ ਧੋਣ ਦੀ ਸੇਵਾ ਕਰਨ ਲੱਗਦਾ ਸੀ, ਉਹ ਵੀ ਇਹਨੂੰ ਰੋਕਿਆ ਜਾਂਦਾ ਸੀ ਵੀ ਨਹੀਂ, ਤੇਰੇ ਗੰਦੇ ਮੰਦੇ ਹੱਥਾਂ ਤੋਂ ਸਾਫ਼ ਸੁਥਰਾ ਨਹੀਂ ਹੈ, ਚੱਲ ਭੱਜ ਜਾ। ਇਹ ਨਹੀਂ ਮੇਰਾ ਇਸ਼ਨਾਨ ਕਰਾ ਕੇ ਤੇ ਕੱਪੜੇ ਚੇਂਜ ਕਰਵਾ ਦਈਏ ਵੀ ਸੇਵਾ ਤੇ ਲਾ ਲਈਏ ਇਹਨੂੰ। ਇਹ ਦੁਨੀਆ ਦੇ ਵਿੱਚ ਵਿਅਰਥ ਘੁੰਮੀ ਜਾਂਦਾ ਵਿਚਾਰਾ, ਇਹਨੂੰ ਇੱਕ ਵਾਰੀ ਮੌਕਾ ਦੇਈਏ ਨਾ, ਕਿਉਂਕਿ ਉਹਨਾਂ ਦੇ ਆਪਦੇ ਢੱਡ ਏਡੇ ਵੱਡੇ ਆ, ਉਹ ਅੰਨਾ ਵੰਡੇ ਰਿਓੜੀਆਂ ਮੁੜ ਕਰ ਜਾਂਦੇ। ਉਹ ਕਹਿੰਦਾ ਮੇਰਾ ਭਾਣਜਾ, ਮੇਰਾ ਭਤੀਜਾ, ਮੇਰਾ ਪੁੱਤ ਲੱਗ ਜਾਵੇ ਇੱਥੇ ਆ ਕੇ, ਉਹਨੂੰ ਇੱਕ ਕਮਰਾ ਮਿਲ ਜਾਏ ਗੁਰੂ ਘਰ ਦੇ ਵਿੱਚ, ਇੱਕ ਦਫ਼ਤਰ ਮਿਲ ਜਾਏ, ਉਹ ਨੌਕਰੀ ਕਰੇ, ਵੀ ਹੋਰ ਨਾ ਕੋਈ ਆ ਜਾਏ ਆਪਦਿਆਂ ਨੂੰ। ਇਸ ਕਰਕੇ ਇਹ ਬੜਾ ਜ਼ਰੂਰੀ ਅੱਜ ਸਾਡੇ ਲਈ, ਜੇ ਅਸੀਂ ਗੁਰੂ ਘਰ ਜਾਂਦੇ ਹਾਂ, ਚਾਹੇ ਉਹ ਮੰਦਿਰ ਆ, ਚਾਹੇ ਉਹ ਗੁਰਦੁਆਰਾ ਸਾਹਿਬ ਆ, ਚਾਹੇ ਉਹ ਮਸਜਿਦ ਆ, ਉੱਥੇ ਜਾ ਕੇ ਧਿਆਨ ਰੱਖੋ। ਕਿਉਂਕਿ ਗਿਰਜਿਆਂ ਦੀ ਗੱਲ ਤਾਂ ਨਹੀਂ ਕੀਤੀ ਵੀ ਗਿਰਜਾ ਘਰਾਂ ਦੇ ਬਾਹਰ ਏਦਾਂ ਦੇ ਬੰਦੇ ਨਹੀਂ ਹੁੰਦੇ। ਪਹਿਲੀ ਗੱਲ ਤਾਂ ਉਹ ਕਿਸੇ ਨੂੰ ਦਿੰਦੇ ਨਹੀਂ, ਦੂਸਰਾ ਉਹ ਆਪਦੇ ਦੀ ਸਪੋਰਟ ਕਰਦੇ ਨੇ। ਜੇ ਗੱਲ ਦੇ ਵਿੱਚ ਕ੍ਰੋਸ ਪਾ ਕੇ ਬੰਦਾ ਭੀਖ ਮੰਗਦਾ, ਸ਼ਾਇਦ ਤੁਸੀਂ, ਮੈਨੂੰ ਨਹੀਂ ਲੱਗਦਾ ਸੀ ਕਿਤੇ ਦੇਖਿਆ ਪੰਜਾਬ, ਲੁਧਿਆਣੇ ਤਾਂ ਨਹੀਂ ਦੇਖਿਆ ਪੰਜਾਬ 'ਚ ਸਾਨੂੰ। ਪਰ ਸਾਡੇ ਏਦਾਂ ਦੇ ਨੌਜਵਾਨ ਗੁਰੂ ਘਰਾਂ ਦੇ ਮੰਦਿਰਾਂ ਦੇ ਬਾਹਰ ਬੈਠੇ ਬਹੁਤ ਭੀਖ ਮੰਗਦੇ, ਬਹੁਤ ਜ਼ਿੰਦਗੀ ਨਰਕ ਵਾਲੀ ਕੱਟਦੇ ਮਿਲੇ ਨੇ। ਇਹਦੇ ਵਿੱਚ ਇੱਕ ਹੋਰ ਵੀ, ਅੱਜ ਤੱਕ ਇਹ ਵੀਰ ਨੇ ਕਿਸੇ ਤੋਂ ਰੁਪਈਆ ਨਹੀਂ ਮੰਗਿਆ। ਜਦੋਂ ਇਹ ਵੀਰ ਸਾਨੂੰ ਮਿਲਿਆ ਸੀ, ਜਿੰਨੇ ਵੀ ਬੰਦੇ ਅਸੀਂ ਸਾਨੂੰ ਮਿਲਦੇ ਆ, ਬਹੁਤ ਮਾੜੇ ਹਾਲਾਤਾਂ 'ਚ, ਕਿਸੇ ਦੇ ਕੀੜੇ ਪਏ, ਕੋਈ ਕਿੱਦਾਂ, ਕਿਸੇ ਦੀ ਜੇਬ ਚੋਂ 2000, ਕਿਸੇ ਦੇ 3000, ਕਿਸੇ ਦੇ 5000 ਨਿਕਲਦਾ, ਪੰਜਾਂ ਦੇ 10 ਦੇ ਨੋਟ ਭਾਣ ਲੋਕਾਂ ਤੋਂ ਮੰਗ ਕੇ ਇਕੱਠੀ ਕੀਤੀ। ਧੀਰੂ ਵੀਰ ਦੀ ਜਿਹੜੇ ਕੱਪੜੇ ਪਾਏ ਸੀ, ਉਹਦੇ ਕੋਈ ਜੇਬ ਹੀ ਹੈ ਨਹੀਂ ਸੀ। ਅੱਜ ਤੱਕ ਨੇ ਕਿਸੇ ਤੋਂ ਰੁਪਈਆ ਨਹੀਂ ਸੀ ਮਿਲਿਆ, ਤੇ ਜੇ ਕੋਈ ਦਿੰਦਾ ਵੀ ਸੀ, ਲੈਂਦਾ ਨਹੀਂ ਸੀ। ਯਾਨੀ ਕਿ ਏਦਾਂ ਦੀ ਉੱਚੀ ਸੁੱਚੀ ਸੋਚ ਵਾਲੇ ਬੰਦੇ ਵੀ ਜੇ ਸੜਕਾਂ ਦੇ ਉੱਤੇ, ਗੁਰੂ ਘਰਾਂ ਦੇ ਬਾਹਰ ਇੰਨੇ ਸਾਲ ਨਰਕ ਵਰਗੀ ਜ਼ਿੰਦਗੀ ਕੱਟਦੇ ਰਹੇ, ਤਾਂ ਸ਼ਰਮ ਆਉਂਦੀ ਹੈ ਸਾਨੂੰ ਸਾਡੀਆਂ ਪ੍ਰਬੰਧਕ ਕਮੇਟੀਆਂ ਦੀ ਸੋਚ ਤੇ। ਅਰਬਾਂ ਖਰਬਾਂ ਦਾ ਬਜਟ ਵਾਲੀ SGPC ਤੇ ਵੀ ਉਹ ਗੁਰੂ ਘਰਾਂ ਦੇ ਬਾਹਰ ਏਦਾਂ ਦੇ ਇਨਸਾਨ ਜਿਹੜੇ ਗੁਰੂ ਦੇ ਸਿੱਖ ਨੇ, ਉਹਨਾਂ ਦੀ ਵੀ ਪਛਾਣ ਨਹੀਂ ਕਰ ਸਕਦੇ। ਇਸ ਕਰਕੇ ਸਾਨੂੰ ਅੱਜ ਮਾਣ ਮਹਿਸੂਸ ਹੁੰਦਾ ਕਿ ਸਾਡੇ ਛੋਟੇ ਭਰਾ ਦਾ ਜਨਮ ਦਿਨ ਆ, ਤੇ ਸਾਡੇ ਕੋਲ ਰਹਿੰਦੇ ਨੂੰ ਵੀਰ ਨੂੰ 4 ਸਾਲ ਹੋ ਗਏ ਨੇ। ਤੇ ਸੱਚੇ ਪਾਤਸ਼ਾਹ ਨੂੰ ਹੋਰ ਸਾਰੀ ਜ਼ਿੰਦਗੀ, ਜਿਹੜੀ ਅਗਲੀ ਇਹਦੀ ਜ਼ਿੰਦਗੀ ਆ, ਉਹ ਕਰਮਾਂ ਵਾਲਾ ਹੋਵੇ ਵੀਰੇ, ਚੰਗੀ ਜ਼ਿੰਦਗੀ ਜਿਉਵੇਂ, ਮਿਹਨਤ ਕਰਕੇ ਸਾਡੇ ਇਸ ਪਰਿਵਾਰ ਦਾ ਨਾਮ ਰੋਸ਼ਨ ਕਰੇ, ਆਪਣੀ ਜ਼ਿੰਦਗੀ ਨੂੰ ਵੀ ਇਸ ਤਰੀਕੇ ਨਾਲ ਵਧਾਵੇ ਵੀ ਇਹਦੇ ਦੁੱਖ ਦੇ ਕੋਈ ਨੇੜ ਦੀ ਨਾ ਲੰਘੇ, ਇਹਦੇ ਦੁੱਖ ਕੋਈ ਨੇੜ ਦੀ ਨਾ ਲੰਘੇ। ਸਾਡੀ ਇਹੀ ਅਰਦਾਸ ਆ। ਤੇ ਸੱਚੇ ਪਾਤਸ਼ਾਹ ਅੱਗੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਧੀਰੂ ਵੀਰ ਦੀ, ਸਾਡੇ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਭਰੇ ਜੀਵਨ ਵਾਸਤੇ। ਸੱਚੇ ਪਾਤਸ਼ਾਹ ਨੂੰ ਕਿਸੇ ਤਰੀਕੇ ਨਾਲ ਹੀ ਖੁਦਾਰ ਇਨਸਾਨ, ਗੁਰੂ ਦਾ ਸਿੱਖ
ਬਣਾ ਕੇ ਸਾਰੀ ਜ਼ਿੰਦਗੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਲ ਬਖਸ਼ਣੇ ਜਿਉ ਸਕੇ। ਕਿ ਅਸੀਂ ਸਾਰੇ ਇਸ ਵੀਰ ਦੇ ਨਾਲ ਸੇਵਾ ਕਰ ਸਕੀਏ ਰਲ ਮਿਲ ਕੇ। ਬਸ ਸਾਡੀਆਂ ਇਹੀਆਂ ਕੀ ਬੇਨਤੀਆਂ ਜੀ। ਧੀਰੂ ਵੀਰ ਨੂੰ ਸਾਡੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਆ। ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਬਖਸ਼ੇ। ਸਾਰੇ ਜਾਣੇ ਨੇ ਆਪਾਂ ਹੁਣ ਧੀਰੂ ਬਾਈ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਕਿ ਜਕਾਰਾ ਲਾਉਣਾ। ਆਵਾਜ਼ ਹੈ ਜਿਹੜੀ ਉਹ ਅਸਮਾਨ ਤੱਕ ਜਾਵੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਵੀ ਦੋ ਸ਼ਬਦ ਬੋਲਾਂਗੇ ਆਪਾਂ। ਜਿਹੜੇ ਪਰਿਵਾਰ 'ਚ ਭਾਈ ਮੈਂ ਰਹਿ ਰਿਹਾ ਹਾਂ, ਰਹਿ ਕੇ ਠੀਕ ਠਾਕ ਹੈਗਾ ਮੈਂ ਜੀ। ਬਹੁਤ ਵਧੀਆ ਲੱਗਦਾ ਪਿਆ ਹੈਗਾ ਜੀ ਮੈਨੂੰ, ਤੇ ਆਪਣੀ ਖੁਸ਼ਖਬਰੀ ਜ਼ਿੰਦਗੀ ਬਤੀਤ ਕਰਦਾ ਪਿਆ ਜੀ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ,